ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਾਰਾ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਵਈਆ ਤਾਰਾ ਬਿਲੋਚਨ ਸੋਚਨ ਮੋਚਨ
ਦੇਖ ਬਿਸੇਖ ਬਿਸੈ ਬਿਸਤਾਰਾ, ਤਾਰਾ ਪਵੋ ਦਧਤੀ ਜਨ ਕੋ ਗਨ, ਕੀਰਤ ਸੇਤ ਕਰੀ ਬਿਸਤਾਰਾ, ਤਾਰਾ ਮਲੇਛਨ ਕੇ ਮਤ ਕੋ, ਉਦਿਤੇ ਦਿਨ ਨਾਥ ਜਥਾ ਨੇ ਸਤਾਰਾ, ਤਾਰਾ ਹਿਰਦੈ ਉਪਦੇਸ਼ ਦੇ ਖੋਲਤ, ਸ੍ਰੀ ਹਰਿ ਰਾਏ ਕਰੇ ਨੇ ਸਤਾਰਾ, ਤਾਰਾ ਬਿਲੋਚਨ ਸੋਚਨ ਮੋਚਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, 10 ਪਾਤਸ਼ਾਹੀਆਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਜਗ ਦਾਤੇ ਭਗਤ ਵਛਲ, ਗੁਰੂ ਗਰੀਬ ਨਵਾਜ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਸੰਧਿਆ ਸਮੇਂ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਨੇ ਆਪਣਿਆਂ ਨੇਤਰਾਂ ਨੂੰ ਸਫਲਿਆਂ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਨਿਰਮਲ ਦਰ ਘਰ ਦੀ ਕਥਾ ਕੀਰਤੀ ਸ਼ਰਵਣ ਕਰਨ ਵਾਸਤੇ ਆਪ ਸਤ ਸੰਗਤ ਦੀਆਂ ਘੜੀਆਂ ਦਾ ਸਭ ਸੰਗਤਾਂ ਆਨੰਦ ਮਾਣ ਰਹੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪਾਂ ਕੱਲ ਵਿਚਾਰ ਕੀਤਾ, ਸ਼ਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ 10 ਪਾਤਸ਼ਾਹੀਆਂ ਤੀਕਰ ਜਿਹਨੂੰ ਗੁਰ ਪ੍ਰਣਾਲੀ ਜਿਸ ਅੰਸੂ ਨੂੰ ਸਰਲੇਖ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦਿੱਤਾ। ਧੰਨ ਬਾਬਾ ਰਾਮ ਕੁਇਰ ਜੀ ਸਤਿਪੁਰਖਾਂ ਨੇ ਇਹ ਸਾਰੀ ਕਥਾ ਵਾਰਤਾ ਸਿੱਖਾਂ ਸਿੰਘਾਂ ਸੰਗਤਾਂ ਨੂੰ ਸ਼ਰਵਣ ਕਰਵਾਈ। ਉਹ ਸਾਰੀ ਵਾਰਤਕ ਰੂਪ ਗਾਥਾ ਨੂੰ ਕਵੀ ਜੀਆਂ ਛੰਦਾਬੰਦੀ ਅੰਦਰ ਜਿਵੇਂ ਦਰਜ ਕੀਤਾ। ਕੁਝ ਪ੍ਰਸੰਗ ਆਪਾਂ ਪਿਛਲੇ ਦੀਵਾਨ ਵਿੱਚ ਵਿਚਾਰਿਆ ਸੁਣਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ 5 ਪਾਤਸ਼ਾਹੀਆਂ, 5ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਤੀਕਰ, ਉਸ ਤੋਂ ਬਾਅਦ ਫਿਰ 6ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਾਤਸ਼ਾਹ ਜੀਆਂ ਦਾ ਅਵਤਾਰ ਕਦ ਹੋਇਆ। ਤਿੰਨਾਂ ਦੇ 3 ਮਹਿਲਾਂ ਬਾਬਤ, ਫਿਰ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਬਾਬਤ ਇਹ ਸਾਰੀ ਕਥਾ ਵਾਰਤਾ ਸਭ ਸੰਗਤਾਂ ਸ਼ਰਵਣ ਕੀਤੀ ਹੈ। ਇਸ ਦੇ ਬਾਅਦ ਜਥਾ ਪ੍ਰਸੰਗ ਗੁਰੂ ਹਰਿ ਰਾਏ ਮਹਾਰਾਜ ਜੀਆਂ ਦਾ ਆਇਆ। ਤਿੰਨਾਂ ਦੇ ਮਹਿਲ ਅਤੇ ਉਹਨਾਂ ਦੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਸਤਿਗੁਰਾਂ ਗੁਰਤਾ ਦੀ ਬਖਸ਼ਿਸ਼ ਕੀਤੀ। ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਚੋਜੀ ਪ੍ਰੀਤਮ ਬਾਲਾ ਪ੍ਰੀਤਮ ਜੀ, ਤਿੰਨਾਂ ਦਾ ਦਿੱਲੀ ਜਾਣਾ ਉਹ ਟੂਕ ਮਾਤਰ ਪ੍ਰਸੰਗ ਵਿੱਚ ਆਇਆ ਸੀ। ਉਸ ਦੇ ਬਾਅਦ ਫਿਰ ਬਾਬਾ ਬਸੇ ਬੀਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ। ਜੋਤੀ ਜੋਤ ਸਮਾਉਣ ਵੇਲੇ ਸਤਿਗੁਰਾਂ ਇਸ਼ਾਰਾ ਕੀਤਾ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੂੰ ਗੁਰਤਾ ਦਾ ਤਿਲਕ ਹੋਇਆ। ਇਸ ਤੋਂ ਬਾਅਦ ਜਦੋਂ ਹਜ਼ੂਰ ਨੇ ਆਪਣਾ ਪਾਵਨ ਪਵਿੱਤਰ ਸ਼ੀਸ਼ ਬਲੀਦਾਨ ਕੀਤਾ, ਦਿੱਲੀ ਦੇ ਚਾਂਦਨੀ ਚੌਂਕ ਵਿਖੇ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ,
ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਜਿਸ ਦੇ ਬਾਅਦ ਸਾਹਿਬੇ ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਸਿੰਘਾਸਣ ਤੇ ਸੁਭਾਏਮਾਨ ਹੋਏ। ਦੁਸ਼ਟਾਂ ਪਾਪੀਆਂ ਦਾ ਨਾਸ਼ ਕੀਤਾ, 14 ਜੰਗਾਂ ਲੜੀਆਂ। ਬੇਅੰਤ ਦੁਸ਼ਟਾਂ ਨੂੰ ਮਹਾਰਾਜ ਨੇ ਜੰਗ ਦੇ ਮੈਦਾਨ ਵਿੱਚ ਗਾਲਣਾ ਕੀਤਾ। ਖਾਲਸਾ ਪੰਥ ਐਸਾ ਪ੍ਰਗਟ ਕੀਤਾ ਜਿਸ ਦੇ ਪ੍ਰਤਾਪ ਨਾਲ ਇਹ ਸਾਧ ਸੰਗਤ ਜੀਓ ਸੂਰਜਵਤ ਖਾਲਸਾ ਪੰਥ ਐਸਾ ਸਤਿਗੁਰਾਂ ਪ੍ਰਗਟ ਕੀਤਾ, ਜਿਹਦੇ ਪ੍ਰਤਾਪ ਪ੍ਰਕਾਸ਼ ਨਾਲ ਇਹ ਤਾਰੇਵਤ ਔਰੰਗਜ਼ੇਬ ਦਾ ਰਾਜ ਜਿਹੜਾ ਵਾ ਛੁਪ ਗਿਆ ਸੀ। ਉਹ ਸਾਰੀ ਕਥਾ ਭਾਈ ਸਾਹਿਬ ਜੀਆਂ ਸਿੱਖਾਂ ਨੂੰ ਸ਼ਰਵਣ ਕਰਵਾਈ। ਫਿਰ ਸਿੰਘਾਂ ਬੇਨਤੀ ਕੀਤੀ ਕਿ ਇਹ ਸਤਿਪੁਰਖੋ ਭਾਈ ਸਾਹਿਬ ਭਾਈ ਰਾਮ ਕੋਇਰ ਜੀ, ਤੁਸੀਂ ਬ੍ਰਹਮ ਰੂਪ ਹੋ, ਸਭ ਕੁਝ ਜਾਣਦੇ ਹੋ, ਗਿਆਤਾ ਹੋ। ਕਿਰਪਾ ਕਰੋ ਸਾਨੂੰ ਸਾਰਾ ਇਤਿਹਾਸ ਸ਼ਰਵਣ ਕਰਵਾਓ। ਭਾਵ ਕਿ ਪੂਰਾ ਪਾਤਸ਼ਾਹੀਆਂ ਸਤਿਗੁਰਾਂ ਦਾ ਇਤਿਹਾਸ ਪੂਰਾ ਖੋਲ੍ਹ ਕੇ ਵਿਸਥਾਰ ਸਹਿਤ ਸ਼ਰਵਣ ਕਰਵਾਓ, ਤਾਂ ਕਿ ਅਸੀਂ ਵੀ ਸੁਣ ਕਰਕੇ ਆਨੰਦ ਲੈ ਸਕੀਏ। ਹੋਰ ਵੀ ਅੱਗੇ ਜਿਵੇਂ ਇਤਿਹਾਸ ਲਿਖਿਆ ਜਾਵੇਗਾ, ਜਿਹੜੀਆਂ ਸੰਗਤਾਂ ਸੁਣਨਗੀਆਂ ਉਹ ਸਿੱਖ ਸੁਣ ਕਰਕੇ ਆਨੰਦ ਨੂੰ ਪ੍ਰਾਪਤ ਹੋਣ, ਐਸੀ ਦਇਆ ਕਰੋ। ਤੋ ਖਾਲਸਾ ਜੀ ਇਹਨਾਂ ਸਿੰਘਾਂ ਦੀ ਬੇਨਤੀ ਪ੍ਰਵਾਨ ਕਰ। ਧੰਨ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਸਤਿਪੁਰਖਾਂ ਨੇ ਫਿਰ ਸਾਰਾ ਇਤਿਹਾਸ ਸ਼ਰਵਣ ਕਰਵਾਇਆ ਸਿੰਘਾਂ ਤਾਈਂ। ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਇਤਿਹਾਸ ਤਾਪ ਜੀਆਂ ਨੇ ਜਿਵੇਂ ਕਵੀ ਰਾਜ ਜੀਆਂ ਨਾਨਕ ਪ੍ਰਕਾਸ਼ ਅੰਦਰ ਲਿਖਣਾ ਕੀਤਾ, ਆਪ ਜੀਆਂ ਸਭ ਸੰਗਤਾਂ ਪਿੱਛੇ ਉਹ ਕਥਾ ਸੁਣੀ ਹੈ। ਕਰੀਬ ਸਾਲ ਹੁੰਦੀ ਰਹੀ ਹੈ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਤੋਂ 10ਵੇਂ ਪਾਤਸ਼ਾਹ ਤੀਕਰ ਜਿੰਨਾ ਵੀ ਇਤਿਹਾਸ ਭਾਈ ਸਾਹਿਬ ਭਾਈ ਰਾਮ ਕੋਇਰ ਜੀ, ਬਾਬਾ ਬੁੱਢਾ ਸਾਹਿਬ ਦੇ 7ਵੀਂ ਅੰਸ਼, ਤਿੰਨਾਂ ਨੇ ਜਿਵੇਂ ਇਤਿਹਾਸ ਲਿਖਵਾਇਆ ਉਹ ਕਥਾ ਆ ਰਹੀ ਆ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਖਡੂਰ ਸਾਹਿਬ ਵਿੱਚ ਗੁਪਤ ਹੋਣਾ, ਬੋਰੋ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਪ੍ਰਗਟ ਕਰਨਾ, ਉਹ ਸਾਰਾ ਪ੍ਰਸੰਗ ਆ ਰਿਹਾ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੋ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਸਭ ਸੰਗਤਾਂ ਰਸਨਾ ਕਰੋ ਜੀ ਪਵਿੱਤਰ। ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਵਈਆ ਤਾਰਾ ਬਿਲੋਚਨ ਸੋਚਨ ਮੋਚਨ। ਤੋ ਇੱਥੇ ਖਾਲਸਾ ਜੀ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ 7ਵੇਂ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਉਸਤਤੀ ਮੰਗਲ ਗੁਰੂ ਗਰੀਬ ਨਵਾਜ ਦੀ ਸੋਭਾ ਅੰਦਰ ਕਵੀ ਸੰਤੋਖ ਸਿੰਘ ਜੀ ਭੇਜ ਕੇ ਕਰ ਰਹੇ ਹੈ। ਤਾਰਾ ਬਿਲੋਚਨ ਸੋਚਨ ਮੋਚਨ, ਕਿ ਜਿਸ ਪ੍ਰਕਾਰ ਬਿਲੋਚਨ ਖਾਲਸਾ ਜੀ ਆਖਣ ਨੂੰ ਕਹਿੰਦੇ ਵਾ, ਅੱਖ ਦੀ ਜਿਹੜੀ ਤਾਰਾ ਕਹੀਏ ਪੁਤਲੀ ਹੈ, ਉਹ ਸੋਚਣ ਮੋਚਣ, ਸਿੱਖਾਂ ਸੇਵਕਾਂ ਦੇ ਸੋਚਾਂ ਨੂੰ ਚਿੰਤਾਵਾਂ ਨੂੰ ਮੋਚਨ ਕਹੀਏ ਕੱਟਣ ਵਾਲੀ ਹੈ। ਜਥਾ ਖਾਲਸਾ ਜੀ ਜੇ ਕੋਈ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨੇਤਰਾਂ ਵੱਲ ਸਹਿਜ ਸੁਭਾਈ ਵੇਖ ਲਵੇ, ਉਹਦੀ ਚਿੰਤਾ ਰਹਿੰਦੀ ਹੋਈ ਕੋਈ ਨਹੀਂ। ਗੁਰੂ ਹਰਿ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨੇਤਰਾਂ ਦੀ ਪੁਤਲੀ, ਸਤਿਗੁਰਾਂ ਦੇ ਪਾਵਨ ਪਵਿੱਤਰ ਜਿਹੜੇ ਵਾ ਨੇਤਰ ਹਨ, ਉਹਨਾਂ ਵੱਲ ਕੋਈ ਵੇਖੇ ਸਹੀ, ਵੇਖਦਿਆਂ ਸਾਰ ਉਸ ਸਿੱਖ ਦੇ ਸਭ ਚਿੰਤਾ ਫਿਕਰ ਜਿਹੜੇ ਵਾ ਸਤਿਗੁਰੂ ਦ੍ਰਿਸ਼ਟੀ ਮਾਤਰ ਹੀ ਨਾਸ਼ ਕਰ ਦਿੰਦੇ ਹਨ। ਦੇਖ ਵਿਸੇਖ ਵਿਸੈ ਬਿਸਤਾਰਾ। ਤੇ ਜੇ ਕਿਤੇ ਕੋਈ ਮਹਾਰਾਜ ਵੱਲ ਵਿਸ਼ੇਸ਼ ਕਰਕੇ ਵੇਖ ਲਵੇ, ਥੋੜੀ ਗਹਿਰੀ ਨਿਗਾਹ ਮਾਰ ਕੇ, ਜਾਂ ਗੁਰੂ ਹਰਿ ਰਾਏ ਜੀ ਮਹਾਰਾਜ ਜੇ ਕਿਸੇ ਸਿੱਖ ਵੱਲ ਥੋੜੀ ਗੂੜੀ ਦ੍ਰਿਸ਼ਟੀ ਕਰਕੇ ਪ੍ਰੇਮ ਭਰੀ ਦ੍ਰਿਸ਼ਟੀ ਨਾਲ ਵੇਖ ਲੈਣ, ਵਿਸੈ ਬਿਸਤਾਰਾ, ਜਿਹੜਾ ਵਿਸ਼ੇ ਹਨ, ਬਿਸ ਜ਼ਹਿਰਵਤ ਜਿਹੜੇ ਆ ਤਾਰਾ, ਉਹਨਾਂ ਤੋਂ ਤਾਰਾ ਕਈ ਛੁਟਕਾਰਾ ਹੋ ਜਾਂਦਾ ਹੈ ਉਸ ਸਿੱਖ ਦਾ,
ਜਿਹਦੇ ਵੱਲ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਮਿਹਰ ਭਰੀ ਦ੍ਰਿਸ਼ਟੀ ਮਾਰ ਲੈਣ, ਫਿਰ ਖਾਲਸਾ ਜੀ ਇਹ ਵਿਸ਼ੇ ਵਕਾਰਾਂ ਦੀ ਸਾਰੀ ਮੈਲ ਜਿਹੜੀ ਵੈ ਉਹ ਧੁੱਪ ਜਾਂਦੀ ਹੈ। ਤੋ ਇਹੋ ਜਿਹੇ ਹਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ। ਤਾਰਾ ਪਵੋ ਦਧ ਤੇ ਜਨ ਕੋ ਗਨ। ਇਹੋ ਜਿਹੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਭਾਵ ਸੰਸਾਰ ਉਦਤ ਸਮੁੰਦਰ ਤੋਂ ਤਾਰਾ ਕਹੀਏ ਤਾਰਨਾ ਕੀਤਾ ਹੈ। ਜਹਾਜ਼ ਵਾਂਗੂ ਗੁਰੂ ਗਰੀਬ ਨਵਾਜ ਨੇ ਅਥਵਾ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਸਤਿਗੁਰਾਂ ਨੇ ਸਿੱਖਾਂ ਸੇਵਕਾਂ ਨੂੰ ਬੜਿਆਂ ਜੀਵਾਂ ਦਾ ਕਲਿਆਣ ਕੀਤਾ। ਇਹ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ। ਕਿਵੇਂ ਤਾਰਿਆ ਹੈ ਉਹ ਕਵੀ ਜੀ ਅੱਗੇ ਦੱਸਦੇ ਹਨ। ਕੀਰਤ ਸੇਤ ਕਰੀਬੇ ਸਤਾਰਾ। ਕਿਵੇਂ ਤਾਰਨਾ ਕੀਤਾ ਖਾਲਸਾ ਜੀ, ਗੁਰੂ ਹਰਿ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੀਰਤਨ ਦਾ ਸੇਤ ਕਹੀਏ ਪੁਲ ਬੰਨ ਦਿੱਤਾ। ਐਸਾ ਵਿਸਤਾਰ ਕੀਤਾ ਕੀਰਤਨ ਦੇ ਪੁਲ ਦਾ, ਮਾਨੋ ਜਿਵੇਂ ਸਮੁੰਦਰ ਨੂੰ ਪਾਰ ਕਰਨ ਵਾਸਤੇ ਪੁਲ ਹੋਵੇ ਕੋਈ। ਸਤਿਗੁਰੂ ਹਰਿ ਰਾਏ ਜੀ ਮਹਾਰਾਜੀਆਂ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰਨ ਵਾਸਤੇ, ਜੀਵਾਂ ਨੂੰ ਪਾਰ ਲਾਉਣ ਵਾਸਤੇ ਜਿਹੜਾ ਹੈ ਉਹ ਕੀਰਤੀ ਦਾ ਭਗਤੀ ਦਾ ਪੁਲ ਬੰਨ ਦਿੱਤਾ। ਜਿਹੜਾ ਖਾਲਸਾ ਜੀ ਲੋਕ ਇੱਕ ਕਿਨਾਰਾ ਤੇ ਪ੍ਰਲੋਕ ਦੂਜਾ ਕਿਨਾਰਾ ਹੈ। ਲੋਕ ਰੂਪੀ ਕਿਨਾਰੇ ਤੋਂ ਲੈ ਉਸ ਪਾਰ ਪ੍ਰਲੋਕ ਤੀਕਰ ਜਿਹੜਾ ਏ ਕੀਰਤੀ ਦਾ ਪੁਲ ਜਾਂਦਾ ਹੈ। ਜਾਂ ਕੀਰਤਨ ਦਾ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏ ਦਾ। ਇਹੋ ਜੀ ਦਇਆ ਕੀਤੀ ਜੀਵਾਂ ਦੇ ਕਲਿਆਣ ਵਾਸਤੇ, ਨਾਮ ਜਸ ਵਡਿਆਈ ਕੀਰਤਨ ਦਾ ਪੁਲ ਬਣਾ ਦਿੱਤਾ। ਇਸ ਲੋਕ ਤੋਂ ਜੀਵਾਂ ਦੀ ਕਲਿਆਣ ਹੋ ਪਰਲੋਕ ਨੂੰ ਗਏ ਹਨ। ਤਾਰਾ ਮਲੇਛਨ ਕੇ ਮਤ ਕੋ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨੇ ਮਲੇਛਾਂ ਦੀ ਜਿਹੜੀ ਮੱਤ ਸੀਗੀ ਉਹਨੂੰ ਤਾਰਾ ਕਹੀਏ ਤਾੜਨਾ ਕੀਤਾ। ਮਲੇਛਾਂ ਦੀ ਮੱਤ ਨੂੰ ਜਿਹੜਾ ਵਾ ਉਹ ਤਾੜਨਾ ਕੀਤਾ ਗੁਰੂ ਗਰੀਬ ਨਵਾਜ ਨੇ। ਕਿਵੇਂ ਤਾੜਿਆ ਹੈ? ਉਦਤੇ ਦਿਨ ਨਾਥ ਜਥਾ ਨਿਸ ਤਾਰਾ। ਜਿਵੇਂ ਨਿਸ ਰਾਤ ਦੇ ਤਾਰਿਆਂ ਨੂੰ ਉਦਤੇ ਚੜ੍ਹਦਾ ਹੋਇਆ ਦਿਨਨਾਥ ਸੂਰਜ ਜਥਾ ਜਿਸ ਪ੍ਰਕਾਰ ਤਾੜਨਾ ਕਰਦਾ ਹੈ, ਜਿਵੇਂ ਚੜ੍ਹਦਾ ਹੋਇਆ ਸੂਰਜ ਤਾੜਨਾ ਕਰਦਾ ਹੈ ਨਾ, ਤਾਰੇ ਛਿਪ ਜਾਂਦੇ ਆ, ਉਸੇ ਤਰ੍ਹਾਂ ਗਰੀਬ ਨਵਾਜ ਗੁਰੂ ਹਰਿ ਰਾਏ ਜੀ ਮਹਾਰਾਜ ਜਦੇ ਖਾਲਸਾ ਜੀ ਸਿੰਘਾਸਣ ਤੇ ਬੈਠੇ, ਜਿੰਨੇ ਦੁਸ਼ਟ ਪਾਪੀ ਤੁਰਕ ਸਨ ਸਭ ਦੜ ਵੱਟ ਗਏ ਸੀ। ਜਿਵੇਂ ਸੂਰਜ ਨੂੰ ਵੇਖ ਕੇ ਤਾਰੇ ਛਿਪ ਜਾਂਦੇ ਹਨ। ਤਾਰਾ ਹਿਰਦੈ ਉਪਦੇਸ਼ ਦਾ ਖੋਲਤ। ਤੇ ਜਿਹੜੇ ਜੀਵਾਂ ਦੇ ਖਾਲਸਾ ਜੀ ਹਿਰਦੇ ਜਿਹੜਾ ਵਾ ਹਿਰਦੇ ਨੂੰ ਅਗਿਆਨ ਰੂਪੀ ਤਾਲਾ ਵੱਜਾ ਹੋਇਆ ਵੈ, ਕੁਝ ਸੁਝਦਾ ਨਹੀਂ। ਜਿਹੜਾ ਵੈ ਨਾ ਬਾਣੀ ਪੜ੍ਹਨ ਵੱਲ ਮਨ ਹੈ, ਮਨ ਨੂੰ ਬਹੁਤ ਮੈਲ ਲੱਗੀ ਹੈ, ਕਥਾ ਕੀਰਤਨ ਸੁਣਨੇ ਵੱਲ ਧਿਆਨ ਨਹੀਂ। ਇਹੋ ਜਿਹੇ ਜਿਹੜੇ ਜੀਵ ਜਿਨ੍ਹਾਂ ਦੇ ਹਿਰਦੇ ਨੂੰ ਅਗਿਆਨ ਰੂਪੀ ਤਾਲਾ ਲੱਗਾ ਹੈ, ਤੋ ਗੁਰੂ ਹਰਿ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਉਪਦੇਸ਼ ਦਾ ਖੋਲਤ ਗਿਆਨ ਰੂਪੀ ਚਾਬੀ ਦੇ ਨਾਲ ਜਿਹੜਾ ਖਾਲਸਾ ਜੀ ਜਾਂ ਉਪਦੇਸ਼ ਸਿੱਖਿਆ ਗੁਰਬਾਣੀ ਰੂਪੀ ਚਾਬੀ ਦੇ ਨਾਲ ਇਹ ਜੀਵਾਂ ਦੇ ਲੱਗੇ ਹਿਰਦੇ ਨੂੰ ਅਗਿਆਨ ਰੂਪੀ ਤਾਲਾ ਖੋਲਣਾ ਕੀਤਾ ਹੈ। ਸ਼੍ਰੀ ਹਰਿ ਰਾਏ ਕਰੇ ਨਿਸ ਤਾਰਾ। ਇਹ ਸ਼੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਵੇਂ ਪਾਤਸ਼ਾਹ ਜੀ ਜਿਨ੍ਹਾਂ ਨੇ ਕਰੇ ਨਿਸਤਾਰਾ, ਜਿਹੜੇ ਆਪਣੇ ਸਿੱਖਾਂ ਸੇਵਕਾਂ ਦਾ ਨਿਸਤਾਰਾ ਇਸ ਸੰਸਾਰ ਤੋਂ ਜਿਹੜਾ ਵੈ ਪਾਰ ਉਧਾਰਾ ਕਰਦੇ ਹਨ। ਵਾਹਿਗੁਰੂ ਸਾਹਿਬ ਜੀਓ ਦੋਹਰਾ ਏਕੋ ਰੂਪ ਸੋ ਦਸਮ ਗੁਰ। ਅੱਗੇ ਖਾਲਸਾ ਜੀ ਭਾਈ ਸਾਹਿਬ ਰਾਮ ਕੋਇਰ ਜੀ ਸਿੰਘਾਂ ਨੂੰ ਫਿਰ ਉਹ ਸਾਰਾ ਇਤਿਹਾਸ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਸੁਣਾ ਰਹੇ ਵੇ। ਪਿੱਛੇ ਕੁਝ ਚਾਹੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਤਿੰਨਾਂ ਦਾ ਪ੍ਰਸੰਗ ਵੀ ਆਇਆ। ਬਾਬਾ ਬੁੱਢਾ ਸਾਹਿਬ ਜੀਆਂ ਦਾ ਪ੍ਰਸੰਗ ਤਾਂ ਭਾਈ ਕਵੀ ਸੰਤੋਖ ਸਿੰਘ ਸਾਹਿਬ ਜੀਆਂ, ਭਾਈ ਰਾਮ ਕੋਇਰ ਜੀਆਂ ਦਾ ਸੁਭਾਅ, ਉਹਨਾਂ ਦੇ ਜਿਹੜੇ ਵੈ ਕੌਤਕ ਉਹ ਸਾਰੇ ਲਿਖੇ। ਤੋ ਉਸ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀਆਂ ਦਾ ਜਥਾ ਇਤਿਹਾਸ ਤੇ ਗੁਰ ਪ੍ਰਣਾਲੀ ਬਾਬਾ ਰਾਮ ਕੋਇਰ ਜੀਆਂ ਸਿੰਘਾਂ ਨੂੰ ਸਰਵਣ ਕਰਵਾਈ। ਇੱਥੇ ਹੁਣ ਭਾਈ ਸਾਹਿਬ ਜੀ ਸਿੰਘਾਂ ਦੀ ਬੇਨਤੀ ਪ੍ਰਵਾਨ ਕਰ ਸਾਰਾ ਇਤਿਹਾਸ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਕਿਰਪਾ ਕਰ ਸੁਣਾਉਂਦੇ ਆ। ਏਕੋ ਰੂਪ ਸੋ ਦਸਮ ਗੁਰ, ਜਿਹੜੇ ਕਹਿੰਦੇ ਹੈ ਸਿੰਘੋ ਜਿਹੜੇ 10 ਪਾਤਸ਼ਾਹੀਆਂ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ
ਗੁਰੂ ਕਲਗੀਧਰ ਪਾਤਸ਼ਾਹ ਤੱਕ ਸਾਰੇ ਇੱਕੋ ਹੀ ਰੂਪ ਹੋਏ ਹਨ। ਪਾਰ ਬ੍ਰਹਮ ਆਨੰਦ, ਪਾਰ ਬ੍ਰਹਮ ਆਨੰਦ ਜਿਹੜਾ ਸਤ ਚਿਤਾ ਅਚਿਦਾ ਆਨੰਦ ਪਰਮੇਸ਼ਰ ਹੈ, ਬ੍ਰਹਮ ਪਾਰਾਵਾਰ ਤੋਂ ਪਾਰ ਪਰੇ ਹੈ, ਉਹ ਉਸੇ ਦਾ ਰੂਪ 10 ਪਾਤਸ਼ਾਹ ਹੋਈਆਂ ਹਨ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ, ਗੁਰ ਪਰਮੇਸ਼ਰ ਏਕੋ ਜਾਨ। ਕਹਿੰਦੇ ਆ ਕਿ 10 ਪਾਤਸ਼ਾਹੀਆਂ ਉਸ ਇੱਕੋ ਅਕਾਲ ਪੁਰਖ ਪਰਮੇਸ਼ਰ ਦੀ 10 ਸਰੂਪ ਹੋਏ ਹਨ। ਉਹਨਾਂ ਦਾ ਮੂਲ ਰੂਪ ਵਿੱਚ ਸਰੂਪ ਜੋਤ ਇੱਕੋ ਹੀ ਗਿਣਨੀ ਜਾਣਨੀ ਹੈ। ਪਾਦ ਅਰਬਿੰਦ ਮੁਕੰਦ ਬਰ, ਤੋ ਤਿੰਨਾਂ ਪਾਤਸ਼ਾਹੀਆਂ ਦੇ ਚਰਨ ਜਿਹੜੇ ਵਾ ਕਮਲ ਵਰਗੇ ਤੇ ਮੁਕੰਦ ਮੁਕਤੀ ਦੇ ਦਾਤੇ ਦੇਣ ਵਾਲੇ ਹਨ ਸ਼੍ਰੇਸ਼ਟ। ਬੰਦਾ ਦ્વੈ ਕਰ ਬੰਦ, ਇਹੋ ਜਿਹੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਦੋਵੇਂ ਹੱਥ ਜੋੜ ਕਰਕੇ ਸਾਡੀ ਨਮਸਕਾਰ ਹੈ। ਸਵਈਆ ਸ਼੍ਰੀ ਗੁਰੂ ਨਾਨਕ ਪੂਰਨ ਤੇ, ਤੋ ਭਾਈ ਸਾਹਿਬ ਜੀ ਕਹਿੰਦੇ ਭਾਈ ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਪਰਿਪੂਰਨ ਸਰਬ ਵਿਆਪਕ ਸਨ। ਗੁਰ ਤਾ ਗੁਰ ਅੰਗਦ ਨੇ ਜਬ ਪਾਈ, ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਤਾ ਦੀ ਜਿਹੜੀ ਵਾ ਦਾਤ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਪ੍ਰਾਪਤ ਕੀਤੀ ਸੀ। ਧਿਆਨ ਹਿਰਦੈ ਗੁਰ ਮੂਰਤ ਕੋ, ਤੇ ਉਸ ਤੋਂ ਬਾਅਦ ਹਮੇਸ਼ਾ ਹੀ ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਮੂਰਤ ਦਾ ਧਿਆਨ ਰੱਖਦੇ ਰਹੇ। ਠਹਿਰਾਏ ਲਿਓ ਜਬ ਦੀਨ ਵਿਦਾਈ, ਧਿਆਨ ਹਿਰਦੈ ਗੁਰ ਮੂਰਤ ਕੋ ਠਹਿਰਾਏ ਲਿਓ ਜਬ ਦੀਨ ਵਿਦਾਈ, ਜਾਂ ਠਹਿਰਾਏ ਲਿਓ ਕਦੋਂ ਠਹਿਰਾਇਆ, ਜਬ ਦੀਨ ਵਿਦਾਈ, ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਵਿਦਾਈ ਦੇ ਦਿੱਤੀ ਸੀ ਕਿ ਭਾਈ ਪੁਰਖਾ ਤੁਸੀਂ ਖਡੂਰ ਸਾਹਿਬ ਚਲੇ ਜਾਓ। ਭਾਈ ਲਹਿਣਾ ਜੀ ਜਾਣ ਗਏ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੇ ਗੁਰੂ ਗਰੀਬ ਨਿਵਾਸ ਜੋਤੀ ਜੋਤ ਸਮਾਵਣਗੇ। ਬੇਨਤੀ ਵੀ ਕੀਤੀ ਸੀ ਮਹਾਰਾਜ ਜਦੋਂ ਜੋਤੀ ਜੋਤ ਸਮਾਓਗੇ ਕੀ ਸਾਨੂੰ ਦਰਸ਼ਨ ਹੋ ਸਕਦੇ ਆ। ਮਹਾਰਾਜ ਨੇ ਆਖਿਆ ਸੀ ਅਸੀਂ ਜ਼ਰੂਰ ਭਾਈ ਲਹਿਣਾ ਜੀ ਜਾਂ ਪੁਰਖਾ ਇਹ ਅੰਗਦ ਦੇਵ ਜੀ ਤੁਹਾਨੂੰ ਜ਼ਰੂਰ ਅਸੀਂ ਦਰਸ਼ਨ ਬਖਸ਼ਿਸ਼ ਕਰਾਂਗੇ। ਤੋ ਇੱਥੋਂ ਵਿਦਾ ਕਰ ਦਿੱਤਾ ਸੀ ਖਡੂਰ ਸਾਹਿਬ ਨੂੰ। ਉਹੀ ਦੱਸ ਰਹੇ ਆ ਕਵੀ ਜੀ ਕਿ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਖਡੂਰ ਸਾਹਿਬ ਆ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਸਦਾ ਧਿਆਨ ਲਾਈ ਰੱਖਦੇ ਹਿਰਦੇ ਅੰਦਰ। ਬੇਬਸ ਹਵੈ ਵਿਛੜਿਓ ਗੁਰ ਤੇ, ਬੇਵਸ ਹੋ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵਿਛੜ ਆਏ ਸਨ। ਮਨ ਨਹੀਂ ਸੀ ਕਰਦਾ ਜਾਣੇ ਨੂੰ, ਪਰ ਵਿਛੋੜਿਆ ਜਿਹੜਾ ਵਾ ਉਹ ਜਿਹੜਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਪਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੋਂ ਦੂਰ ਚਾਹੇ ਨਹੀਂ ਹੋਣਾ ਚਾਹੁੰਦੇ ਸਨ। ਅਸ਼ਟਾਂਗ ਕਰੀ ਮੁਖ ਕੌਰਾ ਜਲਾਈ, ਤੇ ਜਦੋਂ ਆਖਿਆ ਸੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਸੀਂ ਖਡੂਰ ਸਾਹਿਬ ਚਲੇ ਜਾਓ, ਉਦੋਂ ਫਿਰ 8 ਅੰਗ ਧਰਤੀ ਤੇ ਲਾ ਅਸ਼ਟਾਂਗ ਬੰਦਨਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਆਪਣੇ ਮੱਥੇ ਨੂੰ ਲਾਉਣਾ ਕੀਤੀ। ਨੀਰ ਬਿਲੋਚਨ ਪੂਰ ਬਿਮੋਚਤ, ਤੇ ਜਦੋਂ ਇਥੋਂ ਚੱਲੇ ਸੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਖਡੂਰ ਸਾਹਿਬ ਵੱਲ ਨੂੰ ਗੁਰੂ ਅੰਗਦ ਪਾਤਸ਼ਾਹ ਜੀ ਦੇ ਨੇਤਰਾਂ ਚੋਂ ਜਲ ਵਹਿੰਦਾ ਹੈ। ਨੇਤਰਾਂ ਦੇ ਵਿੱਚੋਂ ਜ਼ਰਾ-ਜ਼ਾਰ ਪਾਣੀ ਡਿੱਗਦਾ ਹੈ। ਸੋਚਤ ਪ੍ਰੇਮ ਮਹਾ ਉਮਗਾਈ, ਤੇ ਮੇਰੇ ਦੇ ਵਿੱਚ ਜਿਹੜੀ ਵੇ ਨਾ ਉਹ ਪ੍ਰੇਮ ਦੀ ਮਹਾ ਉਮਗਾਈ ਉਤਸ਼ਾਹ ਉਛਾਲੇ ਜਿਹੜੇ ਵੈ ਬੜੇ ਪ੍ਰੇਮ ਦੇ ਉੱਠਦੇ ਹਨ। ਜੀਵ ਸਰੀਰ ਮਨੋ ਵਿਛੜਿਓ, ਇਉਂ ਮਾਨੋ ਜਿਵੇਂ ਜੀਵ ਕਈ ਆਤਮਾ ਸਰੀਰ ਤੋਂ ਵਿਛੜਦੀ ਹੈ। ਬਿਰਹਾ ਕੁਲ ਤੇ ਔਰ ਵਿਆਕੁਲ ਭਾਰੇ, ਤੇ ਕੀ ਹੁੰਦਾ ਜਦੋਂ ਵਿਛੜਦੀ ਹੈ ਆਤਮਾ ਸਰੀਰ ਤੋਂ, ਉਦੋਂ ਵਿਛੋੜੇ ਦੀ ਜਿਹੜੀ ਆਕੁਲਤਾ ਦੁੱਖ ਹੁੰਦਾ ਹੈ ਤੇ ਬਹੁਤ ਵਿਆਕੁਲ ਹੁੰਦਾ ਹੈ ਜੀਵ ਤੇ ਆਤਮਾ। ਜਦੋਂ ਜੀਵ ਤੇ ਸਰੀਰ ਵਿਛੜੇ ਚਾਹੇ ਆਤਮਾ ਸਰੀਰ, ਤੋ ਐਸੀ ਵਿਆਕੁਲਤਾ ਹੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਿਰਦੇ ਵਿੱਚ ਹੈ, ਮਾਨੋ ਸਰੀਰ ਤੋਂ ਆਤਮਾ ਦੂਰ ਹੋ ਰਹੀ ਹੋਵੇ। ਬੋਲ ਬਨਾਹੇ ਬਨੈ ਗੁਰ ਅਗਰਜ, ਪਰ ਜਾਣਾ ਨਹੀਂ ਚਾਹੁੰਦੇ ਸੀ ਖਡੂਰ ਸਾਹਿਬ ਨੂੰ ਮਹਾਰਾਜ ਨੂੰ ਛੱਡ ਕੇ, ਪਰ ਸਤਿਗੁਰਾਂ ਦਾ ਹੁਕਮ ਸੀ ਤੁਸੀਂ ਖਡੂਰ ਸਾਹਿਬ ਜਾਓ। ਤੇ ਮਹਾਰਾਜ ਦਾ ਮੁਖੋਂ ਬਚਨ ਮੋੜਿਆ ਨਹੀਂ ਜਾ ਰਿਹਾ। ਬੇਵਸ ਸਨ ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਮਹਾਰਾਜ। ਸੰਕਟ ਤੂਸਣ ਠਾਣ ਸਹਾਰੇ, ਐਡਾ ਸੰਕਟ ਜਿਹੜਾ ਮਹਾਰਾਜ ਦੇ ਵਿਛੋੜੇ ਦਾ ਵੀ ਚੁੱਪ ਧਾਰ ਕੇ ਹੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਹਿਰਦੇ ਤੇ ਸਹਾਰ ਲੈਣਾ ਕੀਤਾ। ਆਏ ਸਮਾਨੇ ਬੋ ਧਰਮ ਧਰਿਓ, ਧਰਮ ਰੱਖਿਆ
ਸਤਿਗੁਰਾਂ ਦਾ ਇਹ ਪਰਨ ਕੀਤਾ ਸੀ ਨਾ ਭਾਈ ਲਹਿਣਾ ਜੀਆਂ ਦੇ ਰੂਪ ਵਿੱਚ ਗੁਰੂ ਅੰਗਦ ਮਹਾਰਾਜ ਨੇ ਕਿ ਅਸੀਂ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਚਨ ਨਹੀਂ ਮੋੜਾਂਗੇ। ਇਸ ਕਰਕੇ ਉਹ ਧਰਮ ਨੂੰ ਆਪਦੇ ਪ੍ਰਣ ਪ੍ਰਤੱਗਿਆ ਨੂੰ ਪੂਰਾ ਕਰਦੇ ਹੋਏ ਮਹਾਰਾਜ ਦਾ ਹੁਕਮ ਮੰਨ ਕੇ ਖਡੂਰ ਸਾਹਿਬ ਆ ਗਏ ਆ। ਤਾਜ ਨਾਹੇ ਸਕੈ ਨਹਿ ਬਾਕ ਉਚਾਰੇ। ਮਹਾਰਾਜ ਨੂੰ ਛੱਡ ਵੀ ਨਹੀਂ ਸਕਦੇ ਪਰ ਹੁਕਮ ਵੀ ਮੋੜਿਆ ਨਹੀਂ ਜਾਂਦਾ। ਇਸ ਕਰਕੇ ਨੇਤਰਾਂ ਚੋਂ ਜਲ ਵੀ ਵਹਿੰਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਛੱਡ ਕੇ ਆ ਗਏ ਹਨ। ਅੱਗੋਂ ਬੋਲੇ ਕੁਝ ਨਹੀਂ ਭਾਈ ਲਹਿਣਾ ਗੁਰੂ ਅੰਗਦ ਪਾਤਸ਼ਾਹ ਜੀ। ਹੋਏ ਬਿਦਾ ਤਤਕਾਲ ਚੱਲੇ ਨੇ ਜੋ। ਮਹਾਰਾਜ ਦਾ ਹੁਕਮ ਪਾ ਕਰਕੇ ਜਿਹੜਾ ਵਾ ਹੋਏ ਬਿਦਾ ਤਤਕਾਲ ਚੱਲੇ, ਇੱਥੇ ਵਿਸ਼ਰਾਮ ਹੈ। ਤੋ ਵਿਦਾ ਹੋ ਕਰਕੇ ਸੱਚੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ ਚੱਲ ਪਏ ਆ। ਨਿਜ ਗ੍ਰਾਮ ਖਡੂਰ ਕੇ ਪੰਥ ਪਧਾਰੇ। ਜਿੱਥੇ ਇਹਨਾਂ ਦਾ ਘਰ ਸੀਗਾ ਖਡੂਰ ਸਾਹਿਬ ਦੇ ਰਸਤਾ ਪਕੜ ਲਿਆ ਗੁਰੂ ਅੰਗਦ ਮਹਾਰਾਜ ਨੇ ਕਰਤਾਰਪੁਰ ਸਾਹਿਬ ਤੋਂ। ਆਵਤ ਹੈ ਚਿਤ ਮੈਂ ਚਿਤਵੰਤਤ। ਪਰ ਨਾਲੇ ਰਸਤੇ ਵਿੱਚ ਤੁਰੇ ਆਉਂਦੇ ਆ ਔਰ ਨਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਚੇਤਾ ਆ ਰਿਹਾ ਹੈ। ਸ੍ਰੀ ਗੁਰ ਰੂਪ ਸੁਭਾਉ ਕਿਰਪਾਲਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੁੰਦਰ ਸਰੂਪ ਨੇਤਰਾਂ ਅੱਗੇ ਆਉਂਦਾ ਹੈ। ਸਤਿਗੁਰਾਂ ਦਾ ਕਿਰਪਾ ਦਾ ਆਲਾ ਘਰ ਸੀ ਜਿਹੜਾ ਸੁਭਾਅ ਗੁਰੂ ਨਾਨਕ ਮਹਾਰਾਜ ਦਾ ਕਿਵੇਂ ਜੀਵਾਂ ਦੀ ਕਲਿਆਣ ਕਰਦੇ। ਇਹੋ ਜਿਹੇ ਸਤਿਗੁਰਾਂ ਦੇ ਜਿਹੜੇ ਵੈ ਸੁਭਾਅ, ਸਤਿਗੁਰਾਂ ਦਾ ਰੂਪ ਸਰੂਪ ਇਹਦੇ ਵਿੱਚ ਜਿਹੜਾ ਵੈ ਜਾਂ ਅੱਖਾਂ ਮੋਹਰੇ ਭਾਈ ਲੈਣਾ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਆ ਰਹੇ ਆ। ਖਡੂਰ ਸਾਹਿਬ ਵਾਲੇ ਪਾਸੇ ਤੁਰੇ ਆ ਰਹੇ ਆ। ਦੀਨ ਪੈਦਿਆਲ ਪਛਾਨਤ ਕਾਲ ਕੋ। ਹਾਂ, ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਆ ਨਾ ਗੁਰੂ ਨਾਨਕ ਪਾਤਸ਼ਾਹ ਜੀ। ਉਹ ਪਛਾਣਦੇ ਅੱਜ ਕਿਸੇ ਜੀਵ ਸਿੱਖ ਦੀ ਕੀਤੀ ਹੋਈ ਘਾਲ ਨੂੰ। ਸੇਵਕ ਕੇ ਬਸ ਪ੍ਰੇਮ ਵਿਸਾਲਾ। ਗੁਰੂ ਨਾਨਕ ਪਾਤਸ਼ਾਹ ਸਦਾ ਸੇਵਕਾਂ ਦੇ ਵਸ ਰਹਿਣ ਵਾਲੇ ਭਗਤਾਂ ਦੇ ਵਸ ਨੇ। ਤੋ ਜਿਨ੍ਹਾਂ ਦੇ ਹਿਰਦੇ ਵਿੱਚ ਸਿੱਖਾਂ ਦੇ ਪ੍ਰਥਾਏ ਬੜਾ ਪ੍ਰੇਮ ਹੈ, ਭਗਤ ਵਛਲ ਹਨ। ਚਾਹਤ ਹੈ ਪ੍ਰਸਥਾਨ ਵਿਕੁੰਠ ਕੋ। ਤੇ ਭਾਈ ਲਹਿਣਾ ਜੀ ਜਾਣ ਗਏ ਆ ਵੀ ਮਹਾਰਾਜ ਨੇ ਸਾਨੂੰ ਖਡੂਰ ਸਾਹਿਬ ਕਿਉਂ ਭੇਜਿਆ ਹੈ। ਆਪ ਗੁਰੂ ਨਾਨਕ ਪਾਤਸ਼ਾਹ ਜੀ ਸੱਚਖੰਡ ਨੂੰ ਜਾਣਾ ਚਾਹੁੰਦੇ ਹਨ। ਮੋਹੇ ਵਡਾਈ ਦਾ ਕੀਨ ਨਿਰਾਲਾ। ਇਸ ਕਰਕੇ ਸਾਨੂੰ ਇਹਨਾਂ ਨੇ ਗੁਰਤਾ ਦੀ ਵਡਿਆਈ ਦੇ ਕੇ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਭੇਜ ਕੇ ਆਪਦੇ ਤੋਂ ਵੱਖਰੇ ਕਰ ਦਿੱਤਾ ਇੱਕ ਵਾਰ। ਸੰਕਟ ਵਿਯੋਗ ਕੋ ਮੋਹੇ ਵਧਿਓ। ਤੇ ਇਸ ਪ੍ਰਕਾਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਹਿਰਦੇ ਅੰਦਰ ਜਿਹੜਾ ਵਿਯੋਗ ਵਿਛੋੜੇ ਦਾ ਸੰਕਟ ਬਹੁਤ ਵਧਿਆ ਹੈ। ਬਸ ਨਾਹੇ ਚਲੈ ਤਿਨ ਕੇ ਬਚਨਾਲਾ। ਪਰ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਸਾਡਾ ਵਸ ਚੱਲਦਾ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਹੁਕਮ ਹੋਇਆ ਕਿ ਤੁਸੀਂ ਖਡੂਰ ਸਾਹਿਬ ਜਾਓ। ਇਸ ਕਰਕੇ ਸਾਡਾ ਵਸ ਨਹੀਂ ਕੋਈ ਚੱਲਦਾ। ਪਰ ਮਹਾਰਾਜ ਹੇ ਗੁਰੂ ਨਾਨਕ ਪਾਤਸ਼ਾਹ ਤੁਹਾਡਾ ਵਿਛੋੜਾ ਸਾਨੂੰ ਬੜਾ ਵਿਆਕੁਲ ਕਰ ਰਿਹਾ ਹੈ। ਸ੍ਰੀ ਗੁਰ ਅੰਗਦ ਬੀਚ ਖਡੂਰ ਕੇ। ਇਉਂ ਭਾਈ ਫਿਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਖਡੂਰ ਸਾਹਿਬ ਨਗਰ ਅੰਦਰ ਆਏ ਪ੍ਰਵੇਸ਼ ਪਏ ਨਿਜ ਥਾਈ। ਆਪਦਾ ਜਿਹੜਾ ਘਰ ਸੀਗਾ ਜਿੱਥੇ ਆਨੰਦ ਇੱਥੇ ਆਣ ਪਹੁੰਚੇ ਹਨ। ਮਾਨ ਤਰੇ ਨਹਿ ਕਾਨ ਮਿਲੇ। ਤੇ ਕਿਸੇ ਦੇ ਨਾਲ ਮਿਲਦੇ ਨਹੀਂ, ਫਿਰ ਚੁੱਪ ਕਰ ਗਏ। ਖਡੂਰ ਸਾਹਿਬ ਆ ਕੇ ਕੁਝ ਬੋਲੇ ਨਹੀਂ ਤੇ ਨਾ ਹੀ ਕਿਸੇ ਤਾਈਂ ਮਿਲਣ ਦੀ ਇੱਛਾ ਰੱਖਦੇ ਹਨ। ਵਿੱਚ ਭਾਣ ਬਰੇ ਪੇਖ ਮਾਈ ਬੇਰਾ ਪਿਰਾਈ। ਤੇ ਆਪ ਫਿਰ ਇੱਥੇ ਭੌਣ ਘਰ ਵਿੱਚ ਆਣ ਸਿੱਧਾ ਵੜ ਗਏ। ਕਿਸੇ ਨੂੰ ਮਿਲੇ ਨਹੀਂ, ਕਿਸੇ ਨਾਲ ਬੋਲੇ ਨਹੀਂ। ਮਾਤਾ ਭਰਾਈ ਜੀ ਭਾਵ ਖਾਲਸਾ ਜੀ ਮਾਤਾ ਸਭਰਾਈ ਜੀ ਸਮਝਣਾ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਵੀ ਇੱਥੇ ਨਾਲ ਹੀ ਜਦੋਂ ਗੁਰੂ ਅੰਗਦ ਪਾਤਸ਼ਾਹ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ, ਸੱਚਖੰਡ ਗਮਨ ਕੀਤੇ ਇਹ ਮੱਤੇ ਦੀ ਸਰਾਂ, ਉਦੋਂ ਬਾਅਦ ਖਾਲਸਾ ਜੀ ਇਹ ਮਾਤਾ ਜੀ ਵੀ ਨਾਲ ਗਏ ਸੀ ਤੇ ਇੱਥੇ ਖਡੂਰ ਸਾਹਿਬ ਵਸ ਗਏ ਸਨ। ਮਾਤਾ ਸਭਰਾਈ ਜੀ ਜਿਨ੍ਹਾਂ ਦਾ ਦਇਆ ਕੌਰ ਵੀ ਨਾਮ ਆਉਂਦਾ ਵਾ। ਮਾਤਾ ਸਭਰਾਈ ਜੀ ਜਿਹੜੇ ਹਨ ਉਹ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਵੱਲ ਵੇਖ ਰਹੇ ਹਨ। ਬੂਝਤ ਸ੍ਰੀ ਗੁਰ ਨਾਨਕ ਕੀ ਸੁਧ। ਇਹ ਖਾਲਸਾ ਜੀ ਮਾਤਾ ਸਭਰਾਈ ਜੀ ਨਾਮ ਹੈ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਤਾ ਜੀਆਂ ਦਾ। ਤੇ ਮਾਤਾ ਭਰਾਈ ਜੀ ਮਾਤਾ ਖੀਵੀ ਜੀ ਦੇ ਮਾਤਾ ਜੀ ਸਨ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਰਿਸ਼ਤੇ ਵਿੱਚ ਖਾਲਸਾ ਜੀ ਸੱਸ ਲੱਗਦੇ ਸਨ। ਤੋ ਇੱਥੇ ਮਾਤਾ ਸਭਰਾਈ ਜੀ ਜਿਹੜੇ ਵਾ ਗੁਰੂ ਅੰਗਦ ਪਾਤਸ਼ਾਹ ਦੇ ਮਾਤਾ ਜੀ ਜਾਣਨਾ ਹੈ। ਤੋ ਇਹ ਮਾਤਾ ਸਭਰਾਈ ਜੀ ਵੇਖ ਰਹੇ ਆ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਵੱਲੇ ਤੇ ਵੇਖਦੇ ਫਿਰ ਪੁੱਛਦੇ ਆ ਸ਼੍ਰੀ ਗੁਰੂ ਨਾਨਕ ਕੀ ਸੁਧ।
ਕਿਹੇ ਪੁੱਤਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀ ਸੁਧ ਹੈ, ਖਬਰ ਕੀ ਹਾਲ ਹੈ ਸਤਿਗੁਰਾਂ ਦਾ। ਕਾਨ ਸੇ ਥਾਨ ਤਜੇ ਸੁਖਦਾਈ। ਦੱਸੋ ਹੈ ਲਾਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਤੁਸੀਂ ਤਾਂ ਕਦੇ ਛੱਡ ਕੇ ਨਹੀਂ ਆਏ, ਕਿਹੜੀ ਥਾਂ ਤੇ ਸੁੱਖਾਂ ਦੇ ਦਾਤਿਆਂ ਨੂੰ ਛੱਡ ਆਏ ਹੋ। ਕਿਆ ਤੁਮ ਕੋਠਰੀ ਆਨ ਥਿਰੇ ਮਨ। ਤੇ ਥਿਰੇ ਤੇ ਵਿਸ਼ਰਾਮ ਤੁਸੀਂ ਕਿਉਂ ਹੁਣ ਕੋਠਰੀ ਕਹੀਏ ਕਮਰੇ ਦੇ ਵਿੱਚ ਜਿਹੜੇ ਵੈ ਆਣ ਵੜੇ ਹੋ, ਟਿਕੇ ਹੋ। ਮਨ ਭੰਗ ਅਹਿ ਮੁਖ ਨਾ ਬਿਕਸਾਈ। ਮੁਖੋਂ ਹੱਸਦੇ ਵੀ ਨਹੀਂ ਤੁਸੀਂ, ਨਾ ਬੋਲਦੇ ਹੋ, ਤੇ ਇਉਂ ਪ੍ਰਤੀਤ ਹੁੰਦਾ ਤੁਹਾਡਾ ਮਨ ਬੜਾ ਦੁਖੀ ਵੈ, ਮਨ ਤੁਹਾਡਾ ਭੰਗ ਹੋਇਆ ਹੈ ਕਿਸੇ ਗੱਲੋਂ। ਤੂਸਣ ਠਾਣ ਪਨਿਓ ਕੁਛ ਨਾਹਿ ਨ। ਸੁਣ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਮਾਤਾ ਦੇ ਬਚਨ ਬੋਲੇ ਕੁਝ ਨਾ, ਚੁੱਪ ਠਾਣ ਲਈ ਹੈ ਕੁਝ ਬੋਲੇ ਨਹੀਂ। ਆਨਣ ਦੀਰਘ ਸਵਾਸ ਪਰਿਓ। ਤੇ ਬੜਾ ਲੰਮਾ ਖਾਲਸਾ ਜੀ ਮੁਖੋਂ ਸਾਹ ਲਿਆ ਹੈ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ। ਲੋਚਨ ਨੀਰ ਬਿਮੋਚਤ ਸੋਚਤ। ਤੇ ਲੰਮਾ ਹੌਕਾ ਲੈ ਕਰਕੇ ਸਤਿਗੁਰਾਂ ਦੇ ਨੇਤਰਾਂ ਚੋਂ ਫਿਰ ਨੀਰ ਵਹਿਣ ਲੱਗ ਪਿਆ। ਸਤਿਗੁਰੂ ਫਿਰ ਖਾਲਸਾ ਜੀ ਵਿਰਾਗ ਦੇ ਉਛਾਲੇ ਨੇਤਰਾਂ ਦੇ ਵਿੱਚੋਂ ਡੁੱਲਣ ਲੱਗੇ ਹਨ। ਲੋਚਤ ਹੈ ਚਿਤ ਮੇਲ ਕਰਿਓ। ਤੇ ਮਹਾਰਾਜ ਦਾ ਸੋਚਤ ਕੀ ਸੋਚਦੇ ਵੈ, ਲੋਚਤ ਹੈ ਚਿਤ ਮੇਲ ਕਰਿਓ, ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਮਿਲਾਪ ਹੋ ਜਾਵੇ। ਸਾਡਾ ਚਿੱਤ ਬੜਾ ਇਸ ਗੱਲ ਨੂੰ ਲੋਚਦਾ ਹੈ। ਐਸ ਦਸਾ ਪੇਖ ਜਾਨੀ ਹਿਰਦੇ ਤਿਨ। ਇਹੋ ਜੀ ਜਿਹੜੀ ਵੈ ਹਾਲਤ ਜਦੋਂ ਹਿਰਦੇ ਵਿੱਚ ਜਾਨੀ ਹੈ। ਸ੍ਰੀ ਗੁਰ ਨਾ ਇਸ ਲੋਕ ਥਿਰਿਓ। ਤੇ ਭਾਵ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਜਾਣ ਗਏ ਆ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੁਣ ਮੂਰਤ ਦੇਖਣੀ ਦੁਰਲੱਭ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਰੀਰ ਕਰਕੇ ਜਿਹੜੇ ਇਸ ਸੰਸਾਰ ਤੇ ਨਹੀਂ ਸੱਚਖੰਡ ਚਲੇ ਗਏ ਹਨ। ਆਪਣੇ ਧਾਮ ਬੇਕੁੰਠ ਗਏ। ਤੇ ਉਹ ਆਪਣੇ ਧਾਮ ਭਾਵ ਪਰਮੇਸ਼ਰ ਸਰੂਪ ਸਨ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਜਿਹੜਾ ਵਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰੂਪ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਗਏ ਹਨ। ਇਨ ਵਿਯੋਗ ਪਇਓ ਦੁਖ ਦੀਹ ਤਰਿਓ। ਇੰਨਾ ਵਿਯੋਗ ਹੈ, ਇਸੇ ਗੱਲ ਦਾ ਹੀ ਵਿਯੋਗ ਹੈ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਕਹਿੰਦੇ। ਤੋ ਇਹ ਜਿਹੜਾ ਵੈ ਸਾਨੂੰ ਵਿਯੋਗ ਹੈ। ਫੇਰ ਪਿਰਾਈ ਨੇ ਬੁਝਨ ਕੀਨਸ। ਤੇ ਇਹ ਜਦੋਂ ਮਹਾਰਾਜ ਇਉਂ ਮਨ ਵਿੱਚ ਵਿਚਾਰ ਰਹੇ ਵੈ, ਦੁਬਾਰਾ ਫੇਰ ਸਤ ਸੰਗਤ ਜੀਓ ਜਿਹੜੇ ਮਾਤਾ ਸਭਰਾਈ ਜੀ ਆ ਫਿਰ ਸਤਿਗੁਰਾਂ ਨੂੰ ਪੁੱਛਦੇ ਹਨ, ਸ੍ਰੀ ਗੁਰ ਕੋ ਪਰਲੋਕ ਪਇਓ। ਕਿ ਕੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਲੋਕ ਸੱਚਖੰਡ ਗਮਨ ਕਰ ਗਏ ਆ। ਇਹ ਸਵਾਲ ਰੂਪ ਵਿੱਚ ਪੁੱਛ ਰਹੇ ਹਨ। ਜਾਂ ਸੁਨ ਕੈ ਗੁਰ ਅੰਗਦ ਨੇ ਤਬ। ਇਸ ਪ੍ਰਕਾਰ ਸੁਣ ਕਰਕੇ ਵਿਸ਼ਰਾਮ ਸਹੀ ਲਓ ਭਈਓ। ਸੁਣ ਕੇ ਗੁਰ ਅੰਗਦ ਨੇ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਇਸ ਪ੍ਰਕਾਰ ਜਦੋਂ ਮਾਤਾ ਜੀ ਪਾਸੋਂ ਸੁਣਿਆ ਹੈ, ਤਬ ਤਾਹੀ ਕੇ ਸੰਗ ਬਖਾਨ ਕਇਓ। ਉਦੋਂ ਫਿਰ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਮਾਤਾ ਜੀ ਦੇ ਤਾਈਓਂ ਬਚਨ ਕਹੇ ਆ, ਮੋਹਿ ਕਛੂ ਨਹਿ ਭਾਵਤ ਹੈ। ਕਿ ਹੇ ਮਾਤਾ ਸਾਨੂੰ ਕੁਝ ਨਹੀਂ ਹੁਣ ਪਾਉਂਦਾ, ਸਾਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਹੈ। ਦੇਖੇ ਬੇ ਸੁਨ ਬੇਚਿਤ ਖੇਦ ਥਿਓ। ਸਾਨੂੰ ਦੇਖਣਾ ਵੀ ਚੰਗਾ ਨਹੀਂ ਲੱਗਦਾ, ਨੇਤਰ ਦੁਖਦੇ ਆ ਮਹਾਰਾਜ ਦੀ ਮੂਰਤ ਤੋਂ ਬਿਨਾਂ ਕੁਝ ਵੇਖੀਏ। ਕੰਨ ਜੇ ਗੁਰੂ ਨਾਨਕ ਮਹਾਰਾਜ ਦੇ ਸ਼ਬਦਾਂ ਤੋਂ ਬਿਨਾਂ ਜਦ ਹੋਰ ਕੁਝ ਸੁਣਦੇ ਵੈ ਮਾਤਾ ਕੰਨ ਵੀ ਦੁਖਦੇ ਹਨ। ਇਸੇ ਪ੍ਰਕਾਰ ਚਿਤ ਖੇਦ ਭਇਓ, ਜਾਂ ਚਿੱਤ ਵਿੱਚ ਹੋਰ ਕੋਈ ਗੱਲ ਯਾਦ ਆਉਂਦੀ ਹੈ ਗੁਰੂ ਨਾਨਕ ਮਹਾਰਾਜ ਤੋਂ ਬਿਨਾਂ, ਤੇ ਮਾਤਾ ਜੀ ਸਾਡਾ ਚਿੱਤ ਵੀ ਦੁਖਦਾ ਹੈ। ਅੰਤਰ ਹੋਏ ਇਕੰਤ ਨਿਰੰਤਰ। ਇਉਂ ਕਹਿ ਕਰਕੇ ਇਕੰਤ ਇੱਕ ਰਾਸ ਫਿਰ ਜਾਂ ਕਹਿ ਲੋ ਖਾਲਸਾ ਜੀ ਇਕੱਲੇ ਹੋ ਗਏ ਆ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ। ਬੈਠਿਓ ਚਾਹਾਂ ਇਹੋ ਮੇਰੋ ਹਿਓ। ਵਾਹਿਗੁਰੂ ਕਹਿੰਦੇ ਵੈ ਗੁਰੂ ਅੰਗਦ ਪਾਤਸ਼ਾਹ ਜੀ ਮਾਤਾ ਜੀ ਸਾਡਾ ਮਨਿਓ ਕਰਦਾ ਵੈ ਵੀ ਕੋਈ ਨਾ ਹੋਵੇ, ਇਕੱਲੇ ਬੈਠ ਜਾਈਏ ਕਿਤੇ, ਇੱਕ ਰਾਸੈਣ ਸਮਾਂ ਬਤੀਤ ਕਰੀਏ, ਕੋਈ ਸਾਡੇ ਪਾਸ ਨਾ ਹੋਵੇ। ਜਾਂ ਬਿਸਫੋਟ ਪੱਕਿਓ ਦੁੱਖ ਦੇਤ ਹੈ। ਸਾਨੂੰ ਇਉਂ ਦੁੱਖ ਵਾ ਜਿਵੇਂ ਕੋਈ ਬੜੇ ਸਮੇਂ ਦਾ ਪੱਕਾ ਫੋੜਾ ਜਿਹਦੇ ਵਿੱਚ ਪਾਕ ਰੇਸ਼ਾ ਪਏ ਤੋਂ ਦੁੱਖ ਦਿੰਦਾ ਹੈ। ਚੋਟ ਲੱਗੇ ਪੁਨ ਹਵੈ ਅਧਿਕਾਈ। ਤੇ ਉਹਦੇ ਉੱਪਰ ਫਿਰ ਚੋਟ ਲੱਗ ਜਾਵੇ, ਇੰਨਾ ਦੁੱਖ ਸਾਡੇ ਹਿਰਦੇ ਵਿੱਚ ਮਹਾਰਾਜ ਦੇ ਵਿਛੋੜੇ ਦਾ ਹੈ। ਤਿਉ ਬੇਵਹਾਰ ਬਿਲੋਕਣ ਬੋਲਨ। ਤੇ ਐਉਂ ਸਾਨੂੰ ਦੁੱਖ ਹੁੰਦਾ ਜਿਹੜਾ ਵਿਵਹਾਰ ਸੰਸਾਰ ਦੇ ਵੈ
ਹੋਰ ਚਾਰੇ ਪਾਸੇ ਨੇਤਰਾਂ ਨਾਲ ਕੁਝ ਵੇਖਣਾ, ਕੋਈ ਗੱਲ ਸੁਣਨੀ ਬੋਲਣੀ ਜੋ ਹੈ। ਸ੍ਰਾਣ ਸੁਨੈ ਮੁਝ ਹਵੈ ਬੇਕੁਲਾਈ। ਤੇ ਜੇ ਕੰਨਾਂ ਨਾਲ ਕੁਝ ਹੋਰ ਸੁਣੀਏ ਤੇ ਸਾਡੇ ਕੰਨ ਵੀ, ਭਾਵ ਸਾਡਾ ਸਭ ਕੁਝ ਹੈ, ਨੇਤਰ, ਕੰਨ, ਰਸਨਾ, ਜੇ ਮਹਾਰਾਜ ਦੇ ਪਰਥਾਏ ਬੋਲੇ ਸੁਣੇ ਵੇਖੇ ਤੋਂ ਬਿਨਾ ਕੁਝ ਕਰਦੇ ਆ, ਸਾਡੇ ਇੰਦਰੇ ਮਾਤਾ ਜੀ ਇਉਂ ਦੁਖਦੇ ਵਾ ਜਿਵੇਂ ਕੋਈ ਪੱਕੇ ਫੋੜੇ ਨੂੰ ਨੱਪਦਾ ਹੋਵੇ, ਪੱਕੇ ਫੋੜੇ ਦੇ ਉੱਪਰ ਚੋਟ ਲੱਗੀ ਹੋਵੇ, ਸਾਨੂੰ ਇਉਂ ਦੁੱਖ ਹੁੰਦਾ ਹੈ। ਕੋਠੜੀ ਕੋ ਦਰ ਸੋਚੇ ਨ ਦੇਹੋ। ਤੇ ਫਿਰ ਇਹ ਵੀ ਬੇਨਤੀ ਕੀਤੀ ਜਾਂ ਆਖਣਾ ਕੀਤਾ ਕਿ ਆ ਜਿਹੜੇ ਦਰ ਵਿੱਚ ਮਹਾਰਾਜ ਵੜੇ ਹੋਏ ਸੀਗੇ, ਬੈਠੇ ਹੋਏ ਵੈ ਜਾਂ ਖੜੇ ਹੋਏ ਵੈ, ਜਿਸ ਕਮਰੇ ਵਿੱਚ ਆਖਿਆ ਇਸ ਕੋਠੜੀ ਦਾ ਦਰਵਾਜ਼ਾ ਚਣਵਾ ਦਿਓ ਇੱਟਾਂ ਲਾ ਕਰਕੇ। ਕਹੋ ਕਿਸ ਪਾਸ ਨਾ ਕੈਸੇ ਬਤਾਈ। ਤੇ ਦੱਸਣਾ ਨਹੀਂ ਕਿੱਥੇ ਹੈ, ਅਸੀਂ ਕਿੱਥੇ ਬੈਠੇ, ਕਿੱਥੇ ਹਾਂ, ਕਿਸੇ ਦੇ ਤਾਈਂ ਪੁੱਛੇ ਤੋਂ ਵੀ ਤੁਸੀਂ ਦੱਸੋ ਨਾ। ਮੋਹ ਪਰ ਜਾਂ ਉਪਕਾਰ ਕਰੋ। ਜੇ ਤੁਸੀਂ ਇਉਂ ਕਰੋ ਤੇ ਮਾਤਾ ਜੀ ਜਾਣ ਲੈਣਾ ਵੀ ਤੁਹਾਡਾ ਮੇਰੇ ਉੱਪਰ ਬੜਾ ਵੱਡਾ ਪਰ ਉਪਕਾਰ ਹੈ। ਵਿੱਚ ਬੈਠ ਰਹਾ ਜੇ ਮਹਵੈ ਨਾ ਲਖਾਈ। ਜਿਵੇਂ ਹੋ ਸਕੇ ਫਿਰ ਇਸ ਪ੍ਰਕਾਰ ਜਿਹੜਾ ਵੈ ਅਸੀਂ ਇਸੇ ਪ੍ਰਕਾਰ ਬੈਠ ਰਹੀਏ ਜਿਹੜਾ ਹੈ ਉਹ ਇਸ ਕਮਰੇ ਦੇ ਵਿੱਚ, ਕਿ ਪਤਾ ਨਾ ਲੱਗੇ ਕਿਸੇ ਨੂੰ ਕੋਈ ਇਹੋ ਜਿਹੀ ਵਿਧੀ ਇਹਦੇ ਸਾਹਮਣੇ ਚਣਾਈ ਕਰ ਦਿਓ। ਦਰਵਾਜ਼ਾ ਤਾਂ ਹੈ ਸੀ ਪਰ ਫਿਰ ਵੀ ਇਹਦੀ ਚਣਵਾਈ ਕਰ ਦਿਓ, ਸਾਨੂੰ ਕੋਈ ਬੁਲਾਵੇ ਨਾ, ਕੋਈ ਸਾਡੇ ਮੱਥੇ ਨਾ ਲੱਗੇ। ਬੂਝਨ ਕੀਨ ਪਿਰਾਏ ਨੇ ਫੇਰ। ਮਾਤਾ ਜੀਆਂ ਫਿਰ ਸਤਿਗੁਰਾਂ ਨੂੰ ਇਹ ਪੁੱਛਣਾ ਕੀਤਾ ਹੈ। ਇਕਾਂਤ ਰਹੋ ਥਿਤ ਹਵੈ ਇਸ ਥਾਈ। ਵੀ ਆ ਜਗ੍ਹਾ ਕਮਰਾ ਇਕੱਲਾ ਹੀ ਹੈ, ਇੱਥੇ ਕਿੰਨੇ ਆਉਣਾ, ਤੁਸੀਂ ਇੱਥੇ ਇਕੱਲੇ ਰਹਿ ਲਵੋ। ਕਿਉਂ ਦਰ ਕੋ ਚਿਨਵਾਵਤ ਹੋ। ਜਦੋਂ ਦਰਵਾਜ਼ਾ ਹੈ ਲਾਲ ਤੇ ਫਿਰ ਤੁਸੀਂ ਇਹਨੂੰ ਚਣਵਾਈ ਕਿਉਂ ਕਰਵਾਉਣੀ ਆ? ਦਰਵਾਜ਼ਾ ਚਣਵਾਈ ਲਾ ਕੇ ਕਾਹਨੂੰ ਬੰਦ ਕਰ ਬਨੇ ਨਾ ਹੈ ਸੰਕਟ ਪਾਈ। ਵੀ ਇਹ ਦੁੱਖ ਪ੍ਰਾਪਤ ਕਰੋਗੇ ਅੰਦਰ ਬੈਠ ਕਰਕੇ, ਗੱਲ ਨਹੀਂ ਬਣਦੀ, ਭਾਵੇਂ ਬਣ ਨਹੀਂ ਆਉਂਦੀ। ਤੁਸੀਂ ਇਹ ਦਰਵਾਜ਼ਾ ਬੰਦ ਕਰ ਲਓ, ਕੁੰਡਾ ਲਾ ਲਓ, ਜੰਦਾ ਮਾਰ ਦਿੰਨੇ ਵਾ, ਪਰ ਇਹ ਬੂਹੇ ਅੱਗੇ ਚਨਵਾਈ ਦਰਵਾਜ਼ੇ ਵਿੱਚ ਕਾਹਨੂੰ ਕਰਵਾਉਂਦੇ ਹੋ? ਸ੍ਰਾਣ ਸੁਨੇ ਤੇ ਸਤੇ ਕੀਆ ਤੂੰ ਸਨ। ਤੇ ਮਾਤਾ ਜੀ ਦੇ ਬਚਨ ਸੁਣ ਕੇ ਫਿਰ ਮਹਾਰਾਜ ਬੋਲੇ ਨਹੀਂ, ਮੁਖੋਂ ਫਿਰ ਚੁੱਪ ਕਰ ਗਏ ਹਨ। ਫਿਰ ਨਹੀਂ ਕੁਛ ਬਾਨੀ ਅਲਾਈ। ਛਿਮਾਸ ਸੋ ਖਾਲਸਾ ਜੀ 6 ਮਹੀਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਬੰਦ ਕਮਰੇ ਵਿੱਚ ਇੱਕ ਰਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੂਰਤ ਦਾ ਧਿਆਨ ਧਰ ਕੇ ਵਿਰਾਜਮਾਨ ਰਹੇ ਹਨ। ਅਲੋਪ ਪਏ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਸਿੱਖਾਂ ਦੇ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਜੋਤੀ ਜੋਤ ਸਮਾ ਗਏ ਸਨ। ਸਿੱਖ ਜਿਹੜੇ ਵਾ ਖਾਲਸਾ ਜੀ ਗੁਰਾਂ ਦੇ ਦਰਸ਼ਨਾਂ ਨੂੰ ਲੋਚਦੇ ਵਾ, ਸਭ ਪਾਸਿਓਂ ਮਾਨੋ ਵੀ ਹੁਣ ਗੁਰੂ ਅੰਗਦ ਪਾਤਸ਼ਾਹ ਜੀ ਅਲੋਪ ਹੀ ਹੋ ਗਏ ਹੋਣ। ਬੁੱਢੇ ਆਦਿਕ ਜੇ ਗੁਰ ਕੇ ਸਿੱਖ ਹੋਤ। ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਿਆਣੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਵਰਗੇ ਪ੍ਰੇਮ ਸਹਿਤ ਸਾਡੀ ਸੇਵਾ ਕਰਨੀ ਹੈ, ਜਿਨ੍ਹਾਂ ਦੀ ਉਹ ਸੇਵਾ ਕਰੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ। ਇਹੋ ਜਿਹੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਫਿਰ ਜਿਹੜੇ ਵਾ ਬਚਨ ਕਹੇ ਆ ਕਿ ਭਾਈ ਇਹ ਸਾਨੂੰ ਕਹੇ ਸੀ ਜਾਂ ਸਾਰੀ ਸੰਗਤ ਨੂੰ ਹੀ ਦੱਸ, ਗੁਰੂ ਨਾਨਕ ਮਹਾਰਾਜ ਸਾਡੇ ਦਰਸ਼ਨ ਕਰਨੇ ਆ ਗੁਰੂ ਅੰਗਦ